ਤੁਹਾਨੂੰ ਮੈਂ ਦੱਸਾਂ ਕਿ ਆਪਣੇ ਨਾਜ਼ਰੀਨ ਨੂੰ ਵੀ ਦੱਸ ਦਿਆਂ ਕਿ ਮੁਕੱਦਮਾ ਇੱਕ ਕਤਲ ਦੀ ਇਨਕੁਆਇਰੀ ਹੈ ਤੇ ਕਤਲਾਂ ਦੇ ਮੁਕੱਦਮਿਆਂ ਦੀ ਇਨਕੁਆਇਰੀਆਂ ਇੰਝ ਹੀ ਹੁੰਦੀਆਂ ਨੇ। ਆਹਿਸਤਾ ਆਹਿਸਤਾ ਮੁਕੱਦਮੇ ਕਈ ਵਾਰੀ ਕਈ ਰੁਖ ਅਖਤਿਆਰ ਕਰਦੇ ਨੇ। ਬਾਜ਼ ਔਕਾਤ ਇੰਝ ਹੁੰਦਾ ਕਿ ਜਿਹੜਾ ਬੰਦਾ ਸਾਹਮਣੇ ਬੈਠਾ ਹੋਇਆ ਹੈ ਉਹੀ ਹੀ ਕਾਤਲ ਨਿਕਲ ਆਉਂਦਾ ਹੈ, ਤੇ ਬਾਜ਼ ਔਕਾਤ ਇੰਝ ਵੀ ਹੁੰਦਾ ਕਿ ਜਿਹਨੂੰ ਪੁਲਿਸ ਨੇ 1 ਮਹੀਨੇ ਤੋਂ ਹਵਾਲਾ 'ਚ ਬੰਦ ਕੀਤਾ ਹੋਇਆ, ਸ਼ੱਕ ਦੀ ਬੁਨਿਆਦ ਤੇ ਆਪਣੇ ਕੋਲ ਰੱਖਿਆ ਹੋਇਆ ਹੈ, ਇਨਕੁਆਇਰੀ ਤੋਂ ਬਾਅਦ ਉਹ ਬਿਲਕੁਲ ਬੇਗੁਨਾਹ ਨਿਕਲਦਾ ਹੈ। ਲੇਕਿਨ ਇਹ ਸਾਰਾ ਕੰਮ ਹੈ ਇਨਕੁਆਇਰੀ ਜਿਹੜਾ ਇਨਕੁਆਇਰੀ ਅਫਸਰ ਦਾ, ਜ਼ਫਰ ਇਕਬਾਲ ਦਾ, SP ਇਨਵੈਸਟੀਗੇਸ਼ਨ ਕੈਂਟ ਦਾ, ਇੱਕ ਪੂਰੀ ਟੀਮ ਬਣੀ ਹੋਈ ਹੈ ਇਸ ਵੇਲੇ। ਔਰ ਟੀਮ ਤੁਹਾਨੂੰ ਦੱਸਾਂ ਕਿ ਕੈਂਟ ਡਿਵੀਜ਼ਨ ਦੇ ਵਿੱਚ ਇਨਵੈਸਟੀਗੇਸ਼ਨ ਦੀ ਇੱਕ ਪੂਰੀ ਟੀਮ ਹੈ ਜਿਹੜੀ ਦਿਨ ਰਾਤ ਕੰਮ ਕਰ ਰਹੀ ਹੈ, ਕਿਉਂਕਿ ਇਹ ਮੁਕੱਦਮਾ ਬੜਾ ਹਾਈਲਾਈਟ ਹੋ ਗਿਆ ਮੀਡੀਆ 'ਚ ਵੀ, ਉਂਝ ਵੀ ਲੋਕ ਚਾਹੁੰਦੇ ਪਏ ਨੇ ਕਿ ਪਤਾ ਲੱਗੇ ਕਿ ਅਹਿਮਦ ਜਵੇਦ ਨੂੰ ਕਤਲ ਕਿਹਨੇ ਕੀਤਾ ਹੈ, ਤੇ ਦੂਸਰਾ ਲੋਕੀ ਇਨਸਾਫ ਵੀ ਦਿਵਾਉਣਾ ਚਾਹੁੰਦੇ ਨੇ। ਜ਼ਾਹਿਰ ਹੈ ਕਿ ਇੱਕ ਜਵਾਨ ਬੱਚਾ ਕਤਲ ਹੋ ਗਿਆ, ਤੇ ਅਸਲ ਗੱਲ ਤੇ ਇਹ ਕਿ ਪਾਰਟੀਆਂ ਨੇ ਤੇ ਨਸ਼ਿਆਂ ਨੇ ਮਾਰ ਸੁੱਟਿਆ ਸਾਡੀ ਨੌਜਵਾਨ ਨਸਲ ਨੂੰ, ਤੇ ਸਾਰੀ ਨੌਜਵਾਨ ਨਸਲ ਨੂੰ ਨਹੀਂ, ਇਹ ਸਿਰਫ ਇਹ ਜਿਹੜੇ DHA ਦੇ ਪੋਸ਼ ਇਲਾਕੇ ਤੇ ਵੱਡੇ ਘਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਖੁੱਲਾ ਡੁੱਲਾ ਪੈਸੇ ਦੀ ਰੇਲ ਪੇਲੇ ਤੇ ਰੁਪਈਏ ਖੁੱਲੇ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਇਹਨਾਂ ਪਾਰਟੀਆਂ ਦੇ ਚੱਕਰਾਂ 'ਚ ਪੈਂਦੇ ਪਏ ਨੇ। ਮਾੜੇ ਬੰਦੇ ਦਾ ਕੀ ਕੰਮ ਹੈ, ਮਾੜੇ ਬੱਚੇ ਦਾ ਕੀ ਕੰਮ ਹੈ ਕਿ ਉਸ ਪਾਰਟੀ ਦੇ ਵਿੱਚ ਚਲਾ ਜਾਣਾ, ਕਿਉਂਕਿ ਪਾਰਟੀਆਂ ਬੜੀਆਂ ਮਹਿੰਗੀਆਂ ਤੇ ਬੜੀਆਂ ਵੱਡੀਆਂ ਪਾਰਟੀਆਂ ਨੇ। ਤੇ ਹੁਣ ਚੁੱਕੇ ਮੁਕੱਦਮਾ ਅਜੇ ਤੱਕ ਅੰਡਰ ਇਨਵੈਸਟੀਗੇਸ਼ਨ ਹੈ, ਅਜੇ ਤੱਕ ਉਹਦੀ ਪੁੱਛ ਪ੍ਰਤੀਤ ਹੋ ਰਹੀ ਹੈ। ਇੱਕ ਹੋਰ ਤੁਹਾਨੂੰ ਗੱਲ ਦੱਸਾਂ ਕਿ ਮੁਲਜ਼ਮਾਨ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇ ਮਾਰੇ ਜਾ ਰਹੇ ਨੇ। ਅੱਛਾ। ਤੇ ਜਦੋਂ ਮੁਲਜ਼ਮਾਨ ਨੇ ਗ੍ਰਿਫਤਾਰ ਹੋ ਜਾਣਾ ਹੈ ਨਾ, ਤੇ ਮੁਕੱਦਮੇ ਨੇ ਹੋਰ ਪਾਸੇ ਜਾਣਾ, ਕਿਉਂਕਿ ਮੁਲਜ਼ਮਾਨ ਨੇ ਆਪਣਾ ਬਿਆਨ ਦੇਣਾ ਹੈ। ਜਿਹੜੇ ਪਹਿਲੇ ਬਿਆਨ ਨੇ ਇਹ ਸਾਰੇ ਰੱਦ ਕੀਤੇ ਜਾਣੇ ਨੇ, ਤੇ ਮੁਲਜ਼ਮਾਨ ਨੇ ਆਪਣਾ ਬਿਆਨ ਦੇਣਾ ਹੈ, ਤੇ ਫਿਰ ਪਤਾ ਚੱਲਣਾ ਕਿ ਅਸਲ ਵਾਕਿਆ ਕੀ ਸੀ। ਲੇਕਿਨ ਇਸ ਵੇਲੇ ਤੱਕ ਜਿਹੜਾ ਨਾ ਉਹ ਚੁੱਕੇ ਬਾਰ-ਬਾਰ ਕਿਹਾ ਜਾ ਰਿਹਾ ਕਿ ਮੀਆਂ ਅਸਦ, ਮੀਆਂ ਮਾਇਆ ਨੂੰ ਦੁਬਾਰਾ ਸ਼ਾਮਲੇ ਤਫਤੀਸ਼ ਕਰ ਲਿੱਤਾ ਗਿਆ ਹੈ, ਤੇ ਮੀਆਂ ਮਾਇਆ ਕੋਲੋਂ ਬਿਆਨ ਲਏ ਜਾ ਰਹੇ ਨੇ। ਕਿਉਂਕਿ ਮੀਆਂ ਮਾਇਆ ਨੂੰ ਮੀਆਂ ਆਦਲ ਰਸ਼ੀਦ ਸਾਹਿਬ ਦੀ ਵੀ ਸਪੋਰਟ ਹਾਸਲ ਹੈ, ਉਹਨਾਂ ਨੇ ਵੀ ਕਿਹਾ ਕਿ ਮੇਰੇ ਪੁੱਤਰ ਨੂੰ ਤੇ ਆਪ ਚੁੱਕ ਕੇ ਲੈ ਕੇ ਹਸਪੀਟਲ ਵੀ ਗਏ, ਇਹਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ। ਤੇ ਇਸ ਹਵਾਲੇ ਨਾਲ ਹੁਣ ਤੱਕ ਮੀਆਂ ਮਾਇਆ ਜਿਹੜਾ ਨਾ ਉਹਦੇ ਤੇ ਕੋਈ ਮਸਲਾ ਨਹੀਂ ਐਸਾ ਬਣਿਆ, ਨਾ ਪੁਲਿਸ ਚਾਹੁੰਦੀ ਹੈ ਕਿ ਉਹਦੇ ਤੇ ਕਿਸੇ ਗੈਰ ਬੰਦੇ ਤੇ ਮਸਲਾ ਐਸੇ ਤੇ ਬਣਾਈਏ। ਲੇਕਿਨ ਮੁਕੱਦਮਾ ਇਨਵੈਸਟੀਗੇਸ਼ਨ ਹੋ ਰਿਹਾ, ਬੰਦੇ ਜਲਦੀ ਗ੍ਰਿਫਤਾਰ ਵੀ ਹੋ ਜਾਣੇ ਨੇ, ਤੇ ਮੁਕੱਦਮੇ ਦੇ ਅਸਲ ਹਕਾਇਕ ਤੇ ਅਸਲ ਸੱਚ ਵੀ ਸਾਹਮਣੇ ਆ ਜਾਣਾ ਹੈ। ਬਿਲਕੁਲ। ਅੱਛਾ ਮਲਿਕ ਮੁਸ਼ਤਾਕ, ਜਿਹੜਾ ਗਾਰਡ ਨੂੰ ਗੋਲੀ ਲੱਗੀ ਹੈ ਔਰ ਡਰਾਈਵਰ ਦੀ ਹਾਲਤ ਕੀ ਹੈ ਹੁਣ, ਜ਼ਖਮੀ ਹੋਣ ਵਾਲੇ? ਡਰਾਈਵਰ ਦੀ ਹਾਲਤ ਪਹਿਲੇ ਤੇ 3 ਗੋਲੀਆਂ ਨੂੰ ਲੱਗੀਆਂ ਸੀ, ਤਸ਼ਵੀਸ਼ਨਾਕ ਦੱਸੀ ਜਾ ਰਹੀ ਸੀ, ਲੇਕਿਨ ਉਹਦਾ ਇਲਾਜ ਬੜਾ ਅੱਛਾ ਹੋਇਆ। ਡਰਾਈਵਰ ਹੁਣ ਸੁਣਿਆ ਕਿ ਬਿਹਤਰ ਹੈ ਤੇ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਦੂਸਰੀ ਗੱਲ ਹੈ ਕਿ ਡਰਾਈਵਰ ਦੇ ਬਿਆਨ ਵੀ ਜਿਹੜੇ ਡਰਾਈਵਰ ਦੇ ਕਲਮਬੰਦ ਕਰ ਲੈਣੇ, ਲੇਕਿਨ ਇਹ ਵੀ ਬਿਆਨ ਲੈ ਲਏ ਗਏ ਨੇ ਬਿਆਨ, ਜ਼ਾਹਿਰ ਪਹਿਲੇ ਲੈ ਲੈਣੇ ਦੁਬਾਰਾ। ਲੇਕਿਨ ਜਿਸ ਤਰ੍ਹਾਂ ਕਿ ਅੱਗੇ ਰਾਣਾ ਇੰਤਜ਼ਾਰ ਸਾਹਿਬ ਨੇ ਦੱਸਿਆ ਕਿ ਪੁਲਿਸ ਦੇ ਸਾਹਮਣੇ ਲੈ ਗਏ ਬਿਆਨਾਂ ਦੀ ਵੈਲਿਊ ਕੋਈ ਨਹੀਂ ਹੁੰਦੀ, ਭਾਰ ਕੋਈ ਨਹੀਂ ਹੁੰਦਾ, ਭਾਰ ਉਹੀ ਹੋਣੇ ਨੇ ਬਿਆਨ ਜਿਹੜੇ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਹੋਣੇ ਨੇ, ਉਹ ਬਿਆਨਾਂ ਤੇ ਕੰਮ ਚੱਲਣਾ ਹੈ। ਅਲਬੱਤਾ ਚੁੱਕੇ ਡਰਾਈਵਰ ਮੀਆਂ ਅਸਦ ਮਾਏ ਦਾ ਡਰਾਈਵਰ ਸੀ, ਡਰਾਈਵਰ ਨਾਲ ਬਾਡੀਗਾਰਡ ਇਹ ਨਾਲ ਉੱਥੇ ਮੌਜੂਦ ਸੀ, ਤੇ ਇਹਨੂੰ ਗੋਲੀ ਵੱਜ ਗਈ। ਕਿੰਨੇ ਮਾਰੀ ਇਹ ਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਮੁਲਜ਼ਮਾਨ ਨੇ ਇਹਦੇ ਤੇ ਗੋਲੀ ਚਲਾਈ ਤੇ ਇਹਨੂੰ ਵੀ ਜ਼ਖਮੀ ਕਰਕੇ ਚਲੇ ਗਏ। ਬਿਆਨ ਉਹਨਾਂ ਦਾ ਵੀ ਜਿਹੜਾ ਮਿਸਲ ਦਾ ਹਿੱਸਾ ਬਣਾ ਦਿੱਤਾ ਗਿਆ, ਉਹ ਵੀ ਕੰਮ ਚੱਲਣਾ ਹੈ। ਲੇਕਿਨ ਚੱਲਣਾ ਇੰਝ ਹੀ ਹੈ ਕਿ ਅਜੇ ਤੱਕ ਜਿਹੜੇ ਬਿਆਨ ਨੇ ਉਹ ਪੁਲਿਸ ਲਈ ਜਾ ਰਹੀ ਹੈ ਤੇ ਸਫਾਈ ਮਿਸਲ ਦਾ ਹਿੱਸਾ ਬਣਾਉਂਦੀ ਜਾਂਦੀ ਪਈ ਹੈ। ਪੁਲਿਸ ਦਾ ਕਹਿਣਾ ਕਿ ਜਲਦ ਜਿਹੜਾ ਨਾ ਕੜੀ ਨਾਲ ਕੜੀ ਜੋੜ ਕੇ ਤੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਜਾਣਗੀਆਂ। ਠੀਕ ਹੈ। ਅੱਛਾ ਮਲਿਕ, ਵਾਕਿਏ ਤੋਂ ਬਾਅਦ ਮੁਲਜ਼ਮ ਅਬੂ ਬਕਰ ਤੇ ਅਬਦੁੱਲਾ ਫਰਾਰ ਹੋ ਗਏ ਜਾਂ ਫਿਰ ਗ੍ਰਿਫਤਾਰ ਹੋ ਗਏ ਨੇ? ਜੀ ਮੁਲਜ਼ਮ ਦੋਵੇਂ ਫਰਾਰ ਹੋ ਗਏ ਨੇ। ਗ੍ਰਿਫਤਾਰੀ ਕਿੱਥੋਂ ਦੱਸਿਆ ਤੇ ਜਾ ਰਿਹਾ ਸੀ ਕਿ ਸ਼ਾਇਦ ਉਹ ਅਬੂਰੀ ਜ਼ਮਾਨਤਾਂ ਕਰਾ ਕੇ ਤੇ ਸ਼ਾਮਲੇ ਤਫਤੀਸ਼ ਹੋ ਜਾਣਗੇ, ਪੁਲਿਸ ਦੇ ਸਾਹਮਣੇ ਆ ਜਾਣਗੇ। ਲੇਕਿਨ ਹੁਣ ਤੱਕ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਨਹੀਂ ਹੋਏ। ਪੁਲਿਸ ਜਗ੍ਹਾ ਜਗ੍ਹਾ ਤੇ ਛਾਪੇ ਮਾਰਦੀ ਪਈ ਹੈ। ਪੁਲਿਸ ਦੀ ਕੋਸ਼ਿਸ਼ ਹੈ, ਪੁਲਿਸ ਨੇ ਉਹਨਾਂ ਦੇ ਜਿਹੜੇ ਪਾਸਪੋਰਟ ਨੇ ਉਹ ਵੀ ਭੱਜ ਕਰਵਾਏ ਨੇ ਕਿ ਸ਼ਾਇਦ ਮੁਲਕ ਤੋਂ ਬਾਹਰ ਨਾ ਨਿਕਲ ਜਾਣ, ਕਿਉਂਕਿ ਦੱਸਿਆ ਜਾ ਰਿਹਾ ਕਿ ਉਹ ਜਿਹੜੀ ਲੜਕੀ ਮਾਹੀ ਜਿਹਦਾ ਜ਼ਿਕਰ ਆ ਰਿਹਾ ਉਹ ਪਾਕਿਸਤਾਨ ਛੱਡ ਕੇ ਨਸ ਗਈ ਹੋਈ ਹੈ ਪਹਿਲੇ, ਤੇ ਇਸੇ ਤਰ੍ਹਾਂ ਇੱਕ ਇਹਨਾਂ ਦਾ ਦੋਸਤ ਵੀ ਜਿਹੜਾ ਹੈ ਉਹ ਵੀ ਪਾਕਿਸਤਾਨ ਤੋਂ ਬਾਹਰ ਹੈ, ਤੇ ਕਿਤੇ ਇਹ ਵੀ ਬਾਹਰ ਨਾ ਨਿਕਲ ਜਾਣ। ਇਸ ਹਵਾਲੇ ਨਾਲ ਅਜੇ ਤੱਕ ਪੁਲਿਸ ਨੂੰ ਮਰਕਜ਼ੀ ਮੁਲਜ਼ਮ ਜਿਨ੍ਹਾਂ ਦੇ ਨਾਂ FIR ਦੇ ਵਿੱਚ ਹੈ ਨੇ ਉਹ ਗ੍ਰਿਫਤਾਰ ਨਹੀਂ ਹੋ ਸਕੇ। ਉਹਨਾਂ ਦੇ ਖਿਲਾਫ ਪੁਲਿਸ ਜਗ੍ਹਾ ਜਗ੍ਹਾ ਤੇ ਛਾਪੇ ਮਾਰ ਰਹੀ ਹੈ। ਅੱਛਾ ਮਲਿਕ, ਪੁਲਿਸ ਤਫਤੀਸ਼ ਦੇ ਵਿੱਚ ਦਾਤਾ ਦਰਬਾਰ ਜਿਹੜੀ ਇੰਤਜ਼ਾਮੀਆ ਹੈ ਜਾਂ ਫਿਰ ਸਿਆਸੀ ਦਬਾਅ ਅਸਰਅੰਦਾਜ਼ ਹੋ ਸਕਦਾ ਹੈ? ਜੀ ਸਿਆਸੀ ਤੇ ਨਹੀਂ, ਇੰਤਜ਼ਾਮੀਆ ਚੁੱਕੇ ਤੁਹਾਨੂੰ ਮੈਂ ਦੱਸਿਆ ਕਿ ਮੀਆਂ ਵਿੱਕੀ, ਮੀਆਂ ਹਾਮਦ, ਮੀਆਂ ਅਸਦ ਮਾਇਆ, ਇਹ ਕੋਈ ਛੋਟਾ ਘਰ ਨਹੀਂ। ਦਾਤਾ ਦਰਬਾਰ ਦੇ ਮਤਵਲੀ ਨੇ, ਗੱਦੀ ਨਸ਼ੀਨ ਨੇ,
ਇਹਨਾਂ ਦੇ ਵੀ ਤਾਲੁਕਾਤ ਵੱਡੇ ਨੇ। ਤੇ ਦੂਜੀ ਵੱਡੀ ਗੱਲ ਹੈ ਕਿ ਖਾਂਦਾ ਪੀਂਦਾ, ਭਾਂਡਿਆਂ ਵਾਲਾ ਘਰ, ਖਾਂਦਾ ਪੀਂਦਾ ਘਰ, ਪੈਸੇ ਵਾਲਾ ਘਰ, ਰਹਿਲ ਪਹਿਲ ਵਾਲਾ ਘਰ ਹੈ, ਉਹਨਾਂ ਕੋਲ ਸਾਰੀਆਂ ਚੀਜ਼ਾਂ ਪੂਰੀਆਂ ਨੇ। ਤੇ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਦੇ ਇੱਕ ਆਈਨੀ ਅਹੁਦੇਦਾਰ, ਬੜੇ ਵੱਡੇ ਅਹੁਦੇਦਾਰ ਨੇ, ਉਹਨੇ ਪਹਿਲੇ ਦਿਨ ਜਦੋਂ ਮੀਆਂ ਮਾਏ ਨੂੰ ਉਹਨਾਂ ਨੇ ਬੁਲਾਇਆ ਤਫਤੀਸ਼ ਦੇ ਵਾਸਤੇ, ਤੇ ਉਹਨਾਂ ਦਾ ਫੋਨ ਵੀ ਆਇਆ। ਤੇ ਦੂਜੀ ਗੱਲ ਹੈ ਕਿ ਤਾਲੁਕਾਤ ਤੇ ਸਿਫਾਰਿਸ਼ ਵਿੱਚ ਕੋਈ ਉਹ ਘਰ ਛੋਟਾ ਨਹੀਂ, ਤੇ ਮਤਲਬ ਉਹਨਾਂ ਨੇ ਸਿਫਾਰਿਸ਼ ਕੀਤੀ, ਤਾਲੁਕਾਤ ਭਜਾਏ, ਲੜਾਏ, ਤੇ ਉਹ ਬਿਲਕੁਲ ਮੀਆਂ ਮਾਇਆ ਜਿਹੜਾ ਉਸੇ ਵੇਲੇ ਉਹਨੂੰ 11 ਘੰਟੇ 12 ਘੰਟੇ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਤੇ ਜ਼ਾਹਿਰ ਹੈ ਕਿ ਇਹ ਦੋਵੇਂ ਘਰ ਤੁਹਾਨੂੰ ਦੱਸਾਂ ਕਿ ਤਗੜੇ ਨੇ, ਬਲਕਿ ਦੋਵੇਂ ਨਹੀਂ, ਇਹ ਸਾਰੀ ਪਾਰਟੀ ਮੁੰਡਿਆਂ ਕੁੜੀਆਂ ਦੀ ਤਗੜਿਆਂ ਦੀ ਪਾਰਟੀ ਹੈ। ਡਿਫੈਂਸ ਦਾ ਏਰੀਆ ਹੈ, ਵੱਡੀਆਂ ਪਾਰਟੀਆਂ ਨੇ, ਇਹਦੇ ਤੇ ਕਈ ਲੱਖਾਂ ਰੁਪਇਆ ਇੱਕ ਰਾਤ ਦੀ ਪਾਰਟੀ ਤੇ ਖਰਚ ਹੁੰਦਾ ਹੈ। ਤੇ ਛੋਟੇ ਮੋਟੇ ਬੰਦਿਆਂ ਦਾ ਤੇ ਕੰਮ ਨਹੀਂ, ਮਾੜਿਆਂ ਦਾ ਕੰਮ ਨਹੀਂ ਹੈ, ਤੇ ਡਾਢਿਆਂ ਤੇ ਤਗੜਿਆਂ ਦਾ ਮੁਕਾਬਲਾ ਪਿਆ। ਹੁਣ ਵੇਖਣਾ ਇਹ ਕਿ ਪੁਲਿਸ ਜਿਹੜੀ ਇੰਨੀ ਮਿਹਨਤ ਕਰ ਰਹੀ ਹੈ, ਕਿਉਂਕਿ ਪੁਲਿਸ ਦਾ ਦਾਅਵਾ ਤੇ ਇਹੋ ਹੀ ਹੈ ਹੁਣ ਤੱਕ ਕਿ ਜਿੰਨੀ ਅਸੀਂ ਮਿਹਨਤ ਕਰ ਰਹੇ ਹਾਂ, ਇਨਸ਼ਾਅੱਲਾ ਅਸੀਂ ਮੈਰਿਟ ਵੀ ਕਰਾਂਗੇ ਤੇ ਅਸਲ ਮੁਲਜ਼ਮ ਤੇ ਅਸਲ ਸਟੋਰੀ ਜਿਹੜੀ ਹੈ ਉਹ ਸਾਹਮਣੇ ਲਿਆ ਕੇ ਰਵਾਂਗੇ। ਠੀਕ ਹੋ ਗਿਆ ਮਾਲਿਕ।